ਕੁੜੀਓ ਜੇ ਜੰਮਣਾ ਜੇ ਤਾਂ ਪੰਜਾਬੋਂ ਬਾਹਰ ਜੰਮਿਓ। ਲੇਖਿਕਾ ਡਾਕਟਰ ਹਰਸ਼ਿੰਦਰ ਕੌਰ, ਪਟਿਆਲਾ। ਮੈਨੂੰ ਪੁੱਠੇ ਸਿੱਧੇ ਤਜਰਬੇ ਕਰਨ ਦਾ ਸ਼ੌਕ ਹੈ। ਬੱਚਿਆਂ ਦੀ ਡਾਕਟਰ ਹੋਣ ਦੇ ਨਾਤੇ ਇਹ ਪਤਾ ਹੈ ਕਿ ਇਹਨਾਂ ਤਜਰਬਿਆਂ ਨਾਲ ਨੁਕਸਾਨ ਤਾਂ ਕੋਈ ਹੋਣ ਨਹੀਂ ਲੱਗਿਆ, ਪਰ ਜੇ ਕੁਝ ਚੰਗਾ ਨਿਕਲ ਆਉਂਦਾ ਹੈ ਤਾਂ ਉਸ ਵਿੱਚ ਮਾਪਿਆਂ ਦਾ ਹੀ ਫਾਇਦਾ ਹੈ ਤੇ ਸਮਾਜ ਵਿੱਚ ਵੀ ਕੁਝ ਹੋਰ ਵਧੀਆ ਇਨਸਾਨ ਵਿਚਰ ਸਕਣਗੇ। ਹਾਲਾਂਕਿ ਮੈਨੂੰ ਚੰਗੀ ਤਰ੍ਹਾਂ ਇਸ ਗੱਲ ਦੀ ਵੀ ਸਮਝ ਹੈ ਕਿ ਮੈਂ ਕੋਈ ਨਾਡੂ ਖਾਂ ਨਹੀਂ ਤੇ ਨਾ ਹੀ ਕੋਈ ਵੱਡੀ ਸ਼ਖਸੀਅਤ। ਫੇਰ ਵੀ ਪਤਾ ਨਹੀਂ ਕਿਉਂ ਮੈਂ ਆਪਣੇ ਜਨਮ ਦਿਨ ਤੇ ਸੋਚਿਆ ਮੈਂ ਅਜਿਹੇ ਥਾਂ ਜਾ ਕੇ ਮਨਾਵਾਂ ਜਿੱਥੇ ਮਾਪਿਆਂ ਵੱਲੋਂ ਸੁੱਟੀਆਂ ਹੋਈਆਂ ਬੱਚੀਆਂ ਰਹਿੰਦੀਆਂ ਹੋਣ ਤੇ ਉਹਨਾਂ ਦੇ ਵਿਚਾਰ ਵੀ ਸੁਣਾ ਅਤੇ ਬਾਕੀਆਂ ਤੱਕ ਉਹਨਾਂ ਨੂੰ ਪਹੁੰਚਾਵਾਂ ਵੀ। ਲਗਾਤਾਰ ਕੁਝ ਨਾ ਕੁਝ ਪੰਜਾਬ ਦੀਆਂ ਧੀਆਂ ਵਾਸਤੇ ਕਰਦੇ ਰਹਿਣ ਕਾਰਨ ਮੇਰਾ ਝੁਕਾਓ ਉਹਨਾਂ ਵੱਲ ਬਣ ਚੁੱਕਿਆ ਹੋਇਆ ਹੈ। ਇਸੇ ਲਈ ਸਵੇਰੇ ਆਪਣਿਆਂ ਤੋਂ ਮੁਬਾਰਕਾਂ ਲੈਣ ਦੇ ਬਾਅਦ ਅਸੀਂ ਅੰਮ੍ਰਿਤਸਰ ਪਿੰਗਲਵਾੜੇ ਵੱਲ ਚਾਲੇ ਪਾ ਦਿੱਤੇ। ਹਾਲੇ ਘਰੋਂ ਬਾਹਰ ਹੀ ਨਿਕਲੇ ਸਾਂ ਕਿ 200 ਗਜ ਤੇ ਇੱਕ ਨਿੱਕੀ ਜਿਹੀ 6 ਸਾਲ ਦੀ ਬੱਚੀ ਇੱਕ ਪਾਟੀ ਬੋਰੀ ਮੋਢੇ ਤੇ ਚੁੱਕੀ ਗੰਦ ਦੇ ਢੇਰ ਵਿੱਚੋਂ ਪਲਾਸਟਿਕ ਦੇ ਲਿਫਾਫੇ ਚੁੱਕ ਕੇ ਉਸ ਵਿੱਚ ਇਕੱਠੇ ਕਰੀ ਜਾ ਰਹੀ ਸੀ। ਮੇਰੀ ਬੇਟੀ ਸੁਖਮਨੀ ਫੱਟ ਬੋਲੀ, ਮੰਮੀ ਇੰਨੀ ਦੂਰ ਕੀ ਕਰਨ ਚੱਲੇ ਆ? ਇੱਥੇ ਹੀ ਅਜਿਹੀਆਂ ਅਗਲੇ ਮੋੜ ਤੇ ਕਿੰਨੀਆਂ ਮਿਲ ਜਾਣਗੀਆਂ। ਵਾਕਈ 50 ਕੁ ਗਜ ਅੱਗੇ ਕੂੜੇ ਦੇ ਵਿਸ਼ਾਲ ਢੇਰ ਤੇ ਲਗਭਗ 15-20 ਨਿੱਕੀਆਂ ਕੁੜੀਆਂ ਅਜਿਹਾ ਕਰਦੀਆਂ ਦਿਸ ਪਈਆਂ। ਸਿਰ ਨੂੰ ਝਟਕਾ ਜਿਹਾ ਦੇ ਕੇ ਅਸੀਂ ਕਾਰ ਵਿੱਚ ਅਗਾਂਹ ਤੁਰ ਪਏ। ਸ਼ਹਿਰੋਂ ਬਾਹਰ ਨਿਕਲਦੇ ਸਾਰ ਸੜਕ ਦੇ ਕਿਨਾਰੇ ਨਿੱਕੇ ਨਿੱਕੇ ਨੰਗੇ ਬੱਚਿਆਂ ਨੂੰ ਛੱਡ ਕੇ ਕਈ ਮਜ਼ਦੂਰ ਔਰਤਾਂ ਸੜਕ ਬਣਾਉਣ ਵਿੱਚ ਲੱਗੀਆਂ ਹੋਈਆਂ ਸਨ। ਉਹਨਾਂ 8 ਬੱਚਿਆਂ ਵਿੱਚੋਂ 6 ਕੁੜੀਆਂ ਸਨ। ਮੇਰੀ ਬੇਟੀ ਸੁਖਮਣੀ ਨੇ ਮੇਰੇ ਵੱਲ ਫੇਰ ਸਵਾਲੀਆ ਨਿਗਾਹਾਂ ਨਾਲ ਤੱਕਿਆ। ਮੈਂ ਕਿਹਾ, ਇਹ ਪੰਜਾਬੀ ਨਹੀਂ ਹਨ, ਪ੍ਰਵਾਸੀ ਮਜ਼ਦੂਰ ਹਨ। ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਜਵਾਬ ਉਸ ਦੇ ਸਵਾਲ ਲਈ ਉੱਕਾ ਹੀ ਢੁਕਵਾਂ ਨਹੀਂ ਸੀ। ਥੋੜੀ ਦੂਰ ਅਗਾਂਹ ਗਏ ਤਾਂ ਖੇਤਾਂ ਵਿੱਚੋਂ ਪੱਠੇ ਚੁੱਕੀ ਆਉਂਦੀਆਂ ਨਿੱਕੀਆਂ ਨਿੱਕੀਆਂ 2 ਕੁੜੀਆਂ, ਜਿਨ੍ਹਾਂ ਦੇ ਕੱਪੜੇ ਬਹੁਤੀ ਥਾਂ ਤੋਂ ਪਾਟੇ ਹੋਏ ਸਨ, ਦਿਸ ਪਈਆਂ। ਮੇਰੀ ਬੇਟੀ ਨੇ ਸਿਰਫ ਇਸ਼ਾਰਾ ਹੀ ਕੀਤਾ ਤੇ ਫਿਰ ਮੇਰਾ ਜਵਾਬ ਉਡੀਕਣ ਲੱਗ ਪਈ। ਮੈਂ ਹਾਰ ਕੇ ਕਾਰ ਰੋਕ ਕੇ ਕੁਝ ਮਠਿਆਈਆਂ ਕੱਢੀਆਂ ਤੇ ਉਹਨਾਂ ਨੂੰ ਦੇਣ ਲਈ ਉਹਨਾਂ ਨੂੰ ਕੋਲ ਬੁਲਾਇਆ। ਉਹ ਸੰਗਦੀਆਂ ਨੇੜੇ ਨਾ ਆਈਆਂ। ਮੈਂ ਹੀ ਸੜਕ ਤੋਂ ਉਤਰ ਕੇ ਖੇਤਾਂ ਵਿੱਚ ਆਪਣੀ ਬੇਟੀ ਨਾਲ ਉਹਨਾਂ ਕੋਲ ਚਲੇ ਗਏ। ਮੇਰੀ ਬੇਟੀ ਨੇ ਮੇਰੇ ਹੱਥੋਂ ਮਠਿਆਈਆਂ ਫੜ ਕੇ ਉਹਨਾਂ ਨੂੰ ਦੇਣ ਤੋਂ ਪਹਿਲਾਂ ਪੁੱਛਿਆ, ਤੁਸੀਂ ਸਕੂਲ ਨਹੀਂ ਜਾਂਦੀਆਂ? ਇਸ ਤਰ੍ਹਾਂ ਜ਼ਿੰਦਗੀ ਵਿੱਚ ਕੀ ਬਣ ਸਕੋਗੀਆਂ? ਤੁਹਾਡਾ ਜਨਮ ਦਿਨ ਕਦੋਂ ਹੁੰਦਾ ਹੈ? ਉਹਨਾਂ ਵਿੱਚੋਂ ਇੱਕ, ਜਿਹੜੀ ਛੋਟੀ ਸੀ, ਬੋਲੀ, ਜਨਮ ਦਿਨ ਕੀ ਹੁੰਦਾ ਹੈ? ਮੈਨੂੰ ਆਪਣੇ ਆਪ ਤੇ ਬੜੀ ਘਿਣ ਜਿਹੀ ਆਈ ਕਿ ਮੈਂ ਕੱਪੜੇ ਤੇ ਮਠਿਆਈਆਂ ਕਿਸ ਖੁਸ਼ੀ ਵਿੱਚ ਵੰਡਣ ਚੱਲੀ ਹਾਂ। ਇਹਨਾਂ ਕੁੜੀਆਂ ਨੇ ਇੱਥੇ ਜੰਮ ਕੇ ਕੀ ਖੱਟਿਆ ਹੈ? ਮੈਂ ਪਿਆਰ ਨਾਲ ਉਸ ਬੱਚੀ ਨੂੰ ਸਮਝਾਇਆ ਕਿ ਜਿਸ ਦਿਨ ਪੈਦਾ ਹੋਏ ਹੋਵੋ ਉਸ ਦਿਨ ਨੂੰ ਹੀ ਜਨਮ ਦਿਨ ਕਹਿੰਦੇ ਨੇ। ਉਹ ਪੁੱਛਣ ਲੱਗੀ, ਉਹਦੇ ਵਿੱਚ ਕੀ ਖਾਸ ਗੱਲ ਹੁੰਦੀ ਹੈ? ਉਹ ਦਿਨ ਬਾਕੀਆਂ ਨਾਲੋਂ ਕਿਵੇਂ ਵੱਖਰਾ ਹੁੰਦਾ ਹੈ? ਕਿ ਉਸ ਦਿਨ ਢਿੱਡ ਭਰ ਕੇ ਰੋਟੀ ਮਿਲਦੀ ਹੈ? ਮੈਂ ਲਾਜਵਾਬ ਹੋ ਗਈ ਸੀ। ਆਪਣੀ ਬੇਟੀ ਸੁਖਮਨੀ ਵੱਲੋਂ ਮੈਂ ਪਿੱਠ ਮੋੜ ਲਈ, ਇਹ ਜਾਣਦੇ ਹੋਏ ਕਿ ਉਸ ਦੀਆਂ ਸਵਾਲੀਆ ਨਜ਼ਰਾਂ ਮੇਰਾ ਪਿੱਛਾ ਕਰ ਰਹੀਆਂ ਹੋਣਗੀਆਂ। ਮੈਂ ਵਾਪਸ ਕਾਰ ਵੱਲ ਤੁਰ ਪਈ ਤਾਂ ਮੇਰੀ ਬੇਟੀ ਨੇ ਆਵਾਜ਼ ਮਾਰੀ, ਮੰਮੀ, ਇਹਦੇ ਪੈਰਾਂ ਵਿੱਚ ਜੁੱਤੀ ਵੀ ਨਹੀਂ ਹੈ, ਇੱਕ ਜੋੜਾ ਜੁੱਤੀ ਦਾ ਵੀ ਇਹਨਾਂ ਨੂੰ ਦੇ ਦਿਓ। ਮੈਂ ਕਾਰ ਵਿੱਚੋਂ ਫੱਟ ਪੁਰਾਣੀ ਜੁੱਤੀ ਦਾ ਇੱਕ ਜੋੜਾ ਕੱਢ ਕੇ ਉਸ ਨੂੰ ਦੇ ਦਿੱਤਾ। ਉਹਨਾਂ ਬੱਚੀਆਂ ਨੂੰ ਆਪਣੀ ਬੇਟੀ ਦਾ ਇੱਕ ਪੁਰਾਣਾ ਫਰਾਕ ਵੀ ਮੈਂ ਫੜਾ ਦਿੱਤਾ। ਉਹ ਨਿੱਕੀ ਕੁੜੀ ਬਹੁਤ ਜ਼ਿਆਦਾ ਖੁਸ਼ ਹੋ ਗਈ ਤੇ ਇੱਕਦਮ ਚਹਿਕ ਕੇ ਬੋਲੀ, ਸਮਝ ਆ ਗਈ, ਇਹੀ ਜਨਮ ਦਿਨ ਹੁੰਦਾ ਹੋਵੇਗਾ। ਮੇਰਾ ਤਾਂ ਅੱਜ ਪਹਿਲੀ ਵਾਰ ਹੀ ਹੋਇਆ ਹੈ ਪਿਛਲੇ 7 ਸਾਲਾਂ ਵਿੱਚ। ਉਹਦੇ ਚਿਹਰੇ ਤੇ ਖਿੜੀ ਮੁਸਕਾਨ ਨਾਲ ਮੇਰੇ ਅੰਦਰ ਉਪਜੀ ਸ਼ਰਮਿੰਦਗੀ ਕੁਝ ਘਟ ਗਈ। ਮੇਰੀ ਬੇਟੀ ਫੇਰ ਬੋਲੀ, ਮੰਮੀ, ਜੇ ਰਸਤੇ ਵਿੱਚ ਹੀ ਸਮਾਨ ਵੰਡਦੇ ਜਾਈਏ ਤਾਂ ਅੰਮ੍ਰਿਤਸਰ ਪਿੰਗਲਵਾੜੇ ਤਾਂ ਛੱਡੋ, ਆਪਾਂ ਸਰਹੰਦ ਤੱਕ ਹੀ ਆਪਣੇ ਦੋਵੇਂ ਬੋਰੇ ਮੁਕਾ ਲਵਾਂਗੇ। ਖੈਰ, ਅੱਗੇ ਤੁਰੇ ਤਾਂ ਬੱਸ ਦੀ ਉਡੀਕ ਵਿੱਚ ਸਵਾਰੀਆਂ ਖੜੀਆਂ ਸਨ। ਇੱਕਦਮ ਪਿੱਛੋਂ ਆਈ ਇੱਕ ਬੱਸ ਅੱਗੇ ਲੰਘ ਕੇ ਉਹਨਾਂ ਸਵਾਰੀਆਂ ਨੇੜੇ ਰੁਕ ਗਈ। ਸਾਨੂੰ ਕਾਰ ਦੀ ਇੱਕਦਮ ਬ੍ਰੇਕ ਲਾਉਣੀ ਪਈ। ਇੰਨੇ ਨੂੰ ਸਵਾਰੀਆਂ ਦੇ ਧੱਕੇ ਮੁੱਕੇ ਵਿੱਚ ਇੱਕ ਔਰਤ ਸੜਕ ਉੱਤੇ ਡਿੱਗ ਗਈ।
ਉਸ ਨੇ ਕੁੱਛੜ ਵਿੱਚ ਨਵ ਜੰਮਿਆ ਬੱਚਾ ਚੁੱਕਿਆ ਹੋਇਆ ਸੀ ਜੋ ਪਰਾਂ ਡਿੱਗ ਪਿਆ। ਡਾਕਟਰ ਹੋਣ ਦੇ ਨਾਤੇ ਮੈਂ ਤੇ ਮੇਰੇ ਪਤੀ ਕਾਰ ਵਿੱਚੋਂ ਉਤਰ ਕੇ ਭੱਜ ਕੇ ਉਸ ਵੱਲ ਗਏ। ਸਾਨੂੰ ਅੱਧਾ ਘੰਟਾ ਲੱਗ ਗਿਆ ਉਸ ਨੂੰ ਠੀਕ ਕਰਦਿਆਂ। ਉਸ ਦੇ ਨਵ ਜੰਮੇ ਬੱਚੇ ਨੂੰ ਝਰੀਟ ਤੱਕ ਵੀ ਨਹੀਂ ਸੀ ਆਈ। ਉਹ ਔਰਤ ਬਹੁਤ ਜ਼ਿਆਦਾ ਕਮਜ਼ੋਰ ਲੱਗ ਰਹੀ ਸੀ। ਕੁਝ ਠੀਕ ਹੁੰਦਿਆਂ ਸਾਰ ਜਾਰੋ ਜਾਰ ਰੋਣ ਲੱਗ ਪਈ। ਉਸ ਨੇ ਦੱਸਿਆ ਕਿ ਉਸ ਦੀ ਕੁੱਛੜ ਵਿੱਚ ਉਸ ਦੀ 3 ਦਿਨਾਂ ਦੀ ਬੱਚੀ ਸੀ। ਉਸ ਦੇ ਸਹੁਰਿਆਂ ਨੇ ਕੁੜੀ ਜੰਮਣ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਤੇ ਉਸ ਨੇ 3 ਦਿਨਾਂ ਤੋਂ ਕੁਝ ਖਾਧਾ ਵੀ ਨਹੀਂ ਸੀ। ਮੇਰੀ ਬੇਟੀ ਫੇਰ ਇੱਕ ਸਵਾਲੀਆ ਚਿੰਨ੍ਹ ਬਣ ਕੇ ਮੇਰੇ ਸਾਹਮਣੇ ਖੜੀ ਹੋ ਗਈ। ਕੁੜੀ ਜੰਮਣ ਕਰਕੇ ਇਸ ਕੁੜੀ ਨੇ ਇੱਕ ਕੁੜੀ ਨੂੰ ਕਿਉਂ ਸਜ਼ਾ ਦਿੱਤੀ ਹੈ? ਇਸ ਕੁੜੀ ਦੀ ਮਾਂ ਵੀ ਕੁੜੀ ਤੇ ਦਾਦੀ ਵੀ ਕੁੜੀ। ਇਸ ਦੇ ਪਾਪਾ ਜਾਂ ਦਾਦਾ ਜੀ ਨੇ ਇਸ ਨੂੰ ਪਿਆਰ ਕਿਉਂ ਨਹੀਂ ਦਿੱਤਾ? ਇਹ ਕੀ ਆਪਣੇ ਵੀਰ ਤੋਂ ਵੱਧ ਰੋਟੀ ਖਾ ਲੈਂਦੀ? ਇਹਨੂੰ ਹੁਣ ਅਸੀਂ ਕਿਹੜੀ ਚੀਜ਼ ਦੇ ਸਕਦੇ ਹਾਂ? ਇਹੋ ਜਿਹੀਆਂ ਸੁੱਕੀਆਂ ਰੋਟੀਆਂ ਨੂੰ ਤਰਸਣ ਵਾਲੀਆਂ ਦੇ ਕੀ ਜਨਮ ਦਿਨ ਹੋਣੇ ਨੇ? ਇਹ ਤਾਂ ਸਵਾਲ ਮੇਰੀ ਬੇਟੀ ਦੇ ਸਨ। ਕੁਝ ਸਵਾਲ ਜੋ ਸਾਨੂੰ ਸਭ ਨੂੰ ਉਠਾਉਣੇ ਚਾਹੀਦੇ ਹਨ। ਪੰਜਾਬ ਦੀਆਂ ਕਿੰਨੀਆਂ ਧੀਆਂ ਨੂੰ ਹਾਲੇ ਤੱਕ ਜੰਮਦੇ ਸਾਰ ਕੁਝ ਪੈਸੇ ਜਾਂ ਇੰਦਰਾ ਵਿਕਾਸ ਪੱਤਰ ਵੰਡੇ ਜਾ ਚੁੱਕੇ ਹਨ। ਪੰਜਾਬ ਦੀਆਂ ਕਿੰਨੀਆਂ ਧੀਆਂ ਬਿਲਕੁਲ ਮੁਫਤ ਵਿਦਿਆ ਪ੍ਰਾਪਤ ਕਰ ਚੁੱਕੀਆਂ ਹਨ। ਯਾਦ ਰਹੇ, ਹਰ ਸਰਕਾਰੀ ਸਕੂਲ ਵਿੱਚ ਵੀ ਮੁਫਤ ਵਿਦਿਆ ਹੋਣ ਦੇ ਬਾਵਜੂਦ ਕੰਪਿਊਟਰ ਫੀਸ ਤੋਂ ਇਲਾਵਾ ਹੋਰ ਵੀ ਕਈ ਖਰਚੇ ਮਹੀਨਾਵਾਰ ਕੁੜੀਆਂ ਦੇ ਮਾਪਿਆਂ ਤੋਂ ਭਰਵਾਏ ਜਾ ਰਹੇ ਹਨ। UGC ਸਕੀਮ ਤਹਿਤ ਜਿਸ ਘਰ ਵਿੱਚ ਇੱਕੋ ਬੱਚਾ ਤੇ ਉਹ ਵੀ ਕੁੜੀ ਹੋਵੇ, ਉਸ ਦਾ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਤੱਕ ਦਾ ਪੂਰਾ ਖਰਚਾ ਸਰਕਾਰ ਚੁੱਕੇਗੀ। ਪੰਜਾਬ ਦੀ ਇੱਕ ਵੀ ਕੁੜੀ ਇਸ ਸਕੀਮ ਤਹਿਤ ਹਾਲੇ ਤੱਕ ਕਿਉਂ ਨਹੀਂ ਪੜ੍ਹ ਸਕੀ? ਇੱਕੋ ਬੱਚਾ ਤੇ ਉਹ ਵੀ ਧੀ ਵਾਲੇ ਕਿੰਨੇ ਮਾਪਿਆਂ ਨੂੰ ਸਰਕਾਰੀ ਨੌਕਰੀ ਵਿੱਚ ਇਨਕਰੀਮੈਂਟ ਮਿਲੀ ਹੈ? NRI ਲਾੜਿਆਂ ਵੱਲੋਂ ਛੱਡੀਆਂ ਕਿੰਨੀਆਂ ਪੰਜਾਬ ਦੀਆਂ ਧੀਆਂ ਨੂੰ ਹਾਲੇ ਤੱਕ ਇਨਸਾਫ ਮਿਲਿਆ ਹੈ? ਪੰਜਾਬ ਦੇ ਕਿੰਨੇ ਕੁ ਪਿੰਡਾਂ ਦੇ ਸਰਪੰਚਾਂ ਨੂੰ ਉਹਨਾਂ ਦੇ ਪਿੰਡ ਵਿੱਚ ਕੁੜੀਆਂ ਦੀ ਵੱਧਦੀ ਗਿਣਤੀ ਕਰਕੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ? ਦਾਜ ਦੇ ਕੇਸ ਕਿੰਨੇ ਕੁ ਵਰੇ ਲਟਕਦੇ ਹਨ ਤੇ ਹਾਲੇ ਤੱਕ ਕਿੰਨੇ ਪ੍ਰਤੀਸ਼ਤ ਸਹੁਰਿਆਂ ਨੂੰ ਸਜ਼ਾ ਹੋ ਚੁੱਕੀ ਹੈ? ਹਰਿਆਣੇ ਵਿੱਚ ਪਹਿਲਾਂ ਬੱਚੀਆਂ ਦੇ ਨਾਮ ਬਥੇਰੀ ਕਾਣੀ ਸੁੱਕੀ ਰੱਖਿਆ ਕਰਦੇ ਸਨ ਤੇ ਹੁਣ ਸਰਸਵਤੀ ਲక్ష్ਮੀ ਵਿੱਚ ਤਬਦੀਲ ਹੋਣੇ ਸ਼ੁਰੂ ਹੋ ਚੁੱਕੇ ਹਨ। ਅਜਿਹੀ ਕ੍ਰਾਂਤੀ ਪੰਜਾਬ ਦੇ ਕਿੰਨੇ ਕੁ ਪਿੰਡਾਂ ਵਿੱਚ ਦਿਸ ਚੁੱਕੀ ਹੈ? ਪੰਜਾਬ ਦਾ ਕੋਈ ਹਿੱਸਾ ਸਾਹਮਣੇ ਉੱਭਰ ਕੇ ਆਇਆ ਹੈ ਜਿੱਥੇ ਨਿੱਕੀਆਂ ਬਾਲੜੀਆਂ ਉੱਤੇ ਜ਼ੁਲਮ ਹੋਣੇ ਘੱਟ ਹੋ ਚੁੱਕੇ ਹੋਣ? ਇਸ ਤੋਂ ਇਲਾਵਾ ਸਵਾਲਾਂ ਦੀ ਝੜੀ ਲੱਗ ਸਕਦੀ ਹੈ, ਪਰ ਇੰਨੇ ਕੁ ਸਵਾਲਾਂ ਦੇ ਜਵਾਬ ਨਾਲ ਹੀ ਸਭ ਨੂੰ ਚਾਨਣਾ ਹੋ ਸਕਦਾ ਹੈ ਕਿ ਧੀਆਂ ਨਾਲ ਵਿਤਕਰਾ ਕਿਸ ਹੱਦ ਤੱਕ ਵੱਧ ਗਿਆ ਹੈ। ਤਸਵੀਰ ਦਾ ਜਿਹੜਾ ਪਾਸਾ ਹਾਲੇ ਲੁਕਿਆ ਹੋਇਆ ਹੈ ਉਹ ਇਸੇ ਗੱਲ ਨਾਲ ਸਾਫ਼ ਹੋ ਜਾਵੇਗਾ ਕਿ ਬਹੁਤੇ ਮਾਪੇ ਪੁੱਤਰਾਂ ਦੀ ਪੜ੍ਹਾਈ ਦਾ ਪ੍ਰਾਈਵੇਟ ਸਕੂਲਾਂ ਵਿੱਚ ਖਰਚਾ ਤਾਂ ਝੱਲਣ ਨੂੰ ਤਿਆਰ ਹਨ, ਪਰ ਧੀਆਂ ਦੀ ਪੜ੍ਹਾਈ ਦਾ ਪੌਣੇ 6 ਰੁਪਏ ਮਹੀਨਾ ਖਰਚਾ ਵੀ ਉਹਨਾਂ ਨੂੰ ਭਾਰ ਲੱਗਦਾ ਹੈ। ਜਿਹੜੇ ਵੀ ਇਸ ਕਥਨ ਵਿੱਚ 1% ਝੂਠ ਸਮਝਦੇ ਹੋਣ, ਉਹ ਆਪਣੀਆਂ ਅੱਖਾਂ ਨਾਲ ਆ ਕੇ ਮੇਰੇ ਕੋਲ ਪਏ ਚਿੱਠੀਆਂ ਦੇ ਢੇਰ ਪੜ੍ਹ ਸਕਦੇ ਹਨ ਕਿ ਕਿਵੇਂ ਆਪਣੇ ਮੂੰਹੋਂ ਲੋਕ ਆਪਣੀਆਂ ਧੀਆਂ ਨੂੰ ਸਿਵਾਏ ਇੱਕ ਭਾਰ ਦੇ ਹੋਰ ਕੁਝ ਨਹੀਂ ਸਮਝਦੇ। ਖੈਰ, ਇਹ ਸਵਾਲ ਤਾਂ ਤੁਰਦੇ ਰਹਿਣਗੇ, ਪਰ ਗੱਲ ਕਰੀਏ ਵਾਪਸ ਮੇਰੇ ਜਨਮ ਦਿਨ ਦੀ। ਜਦੋਂ ਦੁਰਾਹੇ ਪਹੁੰਚੇ ਤਾਂ ਮੇਰੇ ਬੱਚਿਆਂ ਨੇ ਛੱਲੀਆਂ ਖਾਣ ਦੀ ਜ਼ਿੱਦ ਕੀਤੀ। ਪੁਲ ਦੇ ਪਾਸੇ ਤੇ ਸੜਕ ਤੋਂ ਪਿਛਾਂਹ ਕਰਕੇ ਇੱਕ ਨਿੱਕੀ ਜੀ ਕੁੜੀ ਛੱਲੀਆਂ ਭੁੰਨਦੀ ਪਈ ਸੀ। ਉਸ ਨੂੰ ਪੁੱਛਿਆ ਕੀ ਰੇਟ ਹੈ? ਉਸ ਨੇ ਉਂਗਲਾਂ ਦੇ ਇਸ਼ਾਰੇ ਨਾਲ 8 ਦੱਸ ਦਿੱਤਾ। ਮੈਂ ਵਿਚਾਰਗੀ ਜਹੀ ਨਾਲ ਪੁੱਛਿਆ, ਬੋਲ ਨਹੀਂ ਸਕਦੀ? ਉਸ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ। ਮੇਰੀ ਬੇਟੀ ਨੇ ਫਟ ਕਿਹਾ, ਹੁਣ ਇਸ ਨੂੰ ਵੀ ਜ਼ਰੂਰ ਕੁਝ ਨਾ ਕੁਝ ਦੇ ਜਾਇਓ। ਉਹ ਛੱਲੀਆਂ ਭੁੰਨ ਹੀ ਰਹੀ ਸੀ ਕਿ ਇੰਨੀ ਦੇਰ ਨੂੰ ਉਸ ਦੀ ਮਾਂ ਉੱਥੇ ਪਹੁੰਚ ਗਈ। ਮੈਂ ਪੁੱਛ ਲਿਆ, ਕੀ ਇਹ ਜਨਮ ਤੋਂ ਹੀ ਗੂੰਗੀ ਹੈ? ਉਹ ਭਰੀ ਪੀਤੀ ਫਟ ਬੋਲ ਪਈ, ਨਹੀਂ, ਇਹਦੀ ਕਿਸਮਤ ਹੀ ਫੁੱਟੀ ਹੋਈ ਹੈ। ਪਹਿਲਾਂ ਤਾਂ ਸਾਡੇ ਗਰੀਬਾਂ ਘਰ ਜੰਮ ਪਈ, ਸਰਕਾਰੀ ਸਕੂਲ ਵਿੱਚ ਪੜ੍ਹਨੇ ਪਾਇਆ ਸੀ। ਉੱਥੇ ਹੀ ਇੱਕ ਦਿਨ ਇੱਕ ਹਾਦਸਾ ਹੋ ਗਿਆ। ਪਹਿਲਾਂ ਤਾਂ ਬੋਲ ਸਕਦੀ ਸੀ, ਕੀ ਹੋ ਗਿਆ? ਦੱਸ, ਮੈਂ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਾਂਗੀ। ਮੈਂ ਬੱਚਿਆਂ ਦੀ ਡਾਕਟਰ ਹਾਂ। ਉਹ ਸਿਰ ਮਾਰ ਕੇ ਕਹਿਣ ਲੱਗੀ, ਕਾਹਦਾ ਇਲਾਜ ਕਰੋਗੇ? ਬਸ ਰਹਿਣ ਦਿਓ, ਸਾਡੇ ਜ਼ਖਮਾਂ ਤੇ ਹੋਰ ਲੂਣ ਨਾ ਛਿੜਕੋ। ਸਾਡਾ ਅੱਗੇ ਬਥੇਰਾ ਤਮਾਸ਼ਾ ਬਣ ਚੁੱਕਿਆ ਹੈ, ਇਸੇ ਲਈ ਇਸ ਸ਼ਹਿਰ ਵਿੱਚ ਆ ਬੈਠੇ ਹਾਂ।
ਇੱਥੇ ਕੋਈ ਸਾਨੂੰ ਜਾਣਦਾ ਨਹੀਂ। ਮੈਨੂੰ ਹੋਰ ਵੀ ਉਤਸੁਕਤਾ ਹੋਈ ਪਤਾ ਕਰਨ ਦੀ, ਪਰ ਉਹ ਕੁਝ ਵੀ ਦੱਸਣ ਨੂੰ ਤਿਆਰ ਨਾ ਹੋਈ। ਬਸ ਆਦਮਜ਼ਾਤ ਨੂੰ ਲਾਹਨਤਾਂ ਪਾਉਂਦੀ ਰਹੀ। ਮੈਨੂੰ ਵੀ ਉਸ ਨੇ ਟਕੋਰ ਕਰ ਦਿੱਤੀ ਕਿ ਤੂੰ ਤਾਂ ਆਪ ਔਰਤ ਜਾਤ ਹੈ, ਤੂੰ ਕੀ ਹੱਲ ਕੱਢੇਂਗੀ? ਅਸੀਂ ਸਭ ਮਰਦ ਜਾਤ ਦੇ ਹੱਥਾਂ ਦੀਆਂ ਕਠਪੁਤਲੀਆਂ ਹਾਂ। ਮੈਨੂੰ ਸਮਝ ਤਾਂ ਆ ਗਈ ਸੀ ਕਿ ਇਹ ਕਿਸੇ ਜ਼ਬਰ ਦਾ ਸ਼ਿਕਾਰ ਹੋਈ ਹੈ। ਮੈਂ ਕਾਰ ਵਿੱਚ ਪਏ ਸਮਾਨ ਵਿੱਚੋਂ 2 ਫਰਾਕਾਂ ਤੇ ਜੁੱਤੀਆਂ ਤੇ ਕੁਝ ਮਠਿਆਈਆਂ ਕੱਢ ਕੇ ਉਸ ਨੂੰ ਫੜਾ ਦਿੱਤੇ। ਉਸ ਨਿੱਕੀ ਕੁੜੀ ਦੇ ਚਿਹਰੇ ਉੱਤੇ ਹਲਕੀ ਜਿੰਨੀ ਖੁਸ਼ੀ ਵੀ ਨਜ਼ਰ ਨਹੀਂ ਆਈ, ਪਰ ਅੱਖਾਂ ਵਿੱਚ ਕੁਝ ਹੰਝੂ ਜ਼ਰੂਰ ਆ ਗਏ। ਮੁੜ ਕੇ ਕਾਰ ਵਿੱਚ ਬੈਠਣ ਲੱਗੇ ਤਾਂ ਉਹ ਬੱਚੀ ਭੱਜ ਕੇ ਬਾਕੀ ਬਚਦੇ ਪੈਸੇ ਮੋੜਨ ਆ ਗਈ, ਜਿਹੜੇ ਮੈਂ ਵਾਪਸ ਲੈਣੇ ਭੁੱਲ ਗਈ ਸੀ। ਮੇਰਾ ਦਿਲ ਭਰਿਆ ਪਿਆ ਸੀ, ਇਸੇ ਲਈ ਮੈਂ ਉਹ ਵੀ ਉਸ ਨੂੰ ਰੱਖ ਲੈਣ ਲਈ ਕਿਹਾ ਤੇ ਉਸ ਨੂੰ ਪਿਆਰ ਕੀਤਾ। ਉਹਦੀ ਮਾਂ ਦੂਰੋਂ ਵੇਖਦੀ ਪਈ ਸੀ ਤੇ ਭੱਜ ਕੇ ਰੇਹੜੀ ਛੱਡ ਕੇ ਸਾਡੀ ਕਾਰ ਕੋਲ ਆ ਗਈ। ਆ ਕੇ ਕਹਿਣ ਲੱਗੀ ਕਿ ਸੱਚੀ ਸਾਡੀ ਮਦਦ ਕਰ ਸਕਦੇ ਹੋ? ਮੈਂ ਕਿਹਾ, ਪਹਿਲਾਂ ਗੱਲ ਤਾਂ ਪਤਾ ਲੱਗੇ। ਉਸ ਦੀਆਂ ਅੱਖਾਂ ਤੇ ਗਲਾ ਭਰ ਗਿਆ। ਕਹਿਣ ਲੱਗੀ, ਇੱਕ ਦਿਨ ਆਪਣੀ ਸਹੇਲੀ ਨਾਲ ਇਹ ਸਕੂਲੋਂ ਵਾਪਸ ਛੇਤੀ ਆ ਰਹੀ ਸੀ, ਕਿਉਂਕਿ ਉਸ ਦਿਨ ਇਹਦਾ ਜਨਮ ਦਿਨ ਸੀ। ਇਹਨੂੰ ਆਪਣਾ ਨਵਾਂ ਸੂਟ ਪਾਉਣ ਦਾ ਚਾਅ ਸੀ। ਰਸਤੇ ਵਿੱਚ ਖੇਤਾਂ ਵਿੱਚ 4 ਜਣਿਆਂ ਨੇ ਇਹਨਾਂ ਦੋਹਾਂ ਨੂੰ ਘੇਰ ਲਿਆ। ਇਹਨਾਂ ਦੋਹਾਂ ਦੀ ਪੱਤ ਲੁੱਟ ਲਈ। ਇੰਨਾ ਕਹਿੰਦਿਆਂ ਉਸ ਦੀ ਮਾਂ ਨੇ ਲੰਬਾ ਹੌਕਾ ਲਿਆ ਤੇ ਉਸ ਬੱਚੀ ਨੇ ਆਪਣੀ ਮਾਂ ਦੇ ਮੂੰਹ ਅੱਗੇ ਆਪਣਾ ਨਿੱਕਾ ਜਿਹਾ ਹੱਥ ਰੱਖ ਦਿੱਤਾ। ਉਸ ਦੀ ਮਾਂ ਨੇ ਉਹਦਾ ਹੱਥ ਮੂੰਹ ਤੋਂ ਹਟਾਉਂਦਿਆਂ ਕਿਹਾ, ਦੱਸ ਲੈਣ ਦੇ, ਸ਼ਾਇਦ ਕਿਤੇ ਸੁਣਵਾਈ ਹੋ ਹੀ ਜਾਏ। ਉਸ ਬੱਚੀ ਨੇ ਸਾਡੇ ਵੱਲ ਪਿੱਠ ਮੋੜ ਲਈ ਤੇ ਆਪਣੇ ਹੰਝੂ ਪੂੰਝਣ ਲੱਗ ਪਈ। ਮਾਂ ਨੇ ਗੱਲ ਜਾਰੀ ਰੱਖੀ, ਇਹਦੀ ਸਹੇਲੀ ਦੀ ਹਾਲੇ ਤੱਕ ਕੋਈ ਖਬਰਸਾਰ ਨਹੀਂ ਤੇ ਉਹਨਾਂ ਦਰਿੰਦਿਆਂ ਨੇ ਇਹਨੂੰ ਧਮਕੀ ਦੇ ਕੇ ਇਹਦੀ ਜੀਭ ਕੱਟ ਦਿੱਤੀ। ਕਈ ਹਫ਼ਤੇ ਸਰਕਾਰੀ ਹਸਪਤਾਲਾਂ ਵਿੱਚ ਕੱਟੇ ਤੇ ਕਈ ਮਹੀਨੇ ਪੁਲਿਸ ਵਾਲਿਆਂ ਦੇ ਦਰ ਤੇ ਧੱਕੇ ਖਾਧੇ। ਹਰ ਵਾਰ ਪੁਲਿਸ ਦੇ ਬੰਦਿਆਂ ਨੇ ਇਹੀ ਕਿਹਾ ਕਿ ਤੁਹਾਡੇ ਵਰਗੀਆਂ ਸੈਂਕੜੇ ਫਿਰਦੀਆਂ ਨੇ, ਸੱਚ ਝੂਠ ਬਕਦੀਆਂ। ਸਾਡਾ ਕੇਸ ਹੀ ਦਰਜ ਨਹੀਂ ਹੋਇਆ। ਪਿੰਡ ਵਾਲਿਆਂ ਦੀਆਂ ਲਾਹਨਤਾਂ ਸੁਣੀਆਂ ਨਹੀਂ ਸੀ ਜਾਂਦੀਆਂ। ਮੇਰਾ ਘਰ ਵਾਲਾ ਨਸ਼ਈ ਸੀ, ਉਹ ਵੀ ਘਰ ਛੱਡ ਕੇ ਇੱਕ ਦਿਨ ਤੁਰ ਗਿਆ। ਮੈਂ ਪਿੰਡ ਛੱਡ ਕੇ ਇੱਥੇ ਆਪਣੀ ਧੀ ਨਾਲ ਆ ਗਈ। ਆਖਰ ਢਿੱਡ ਦੀ ਅੱਗ ਨੂੰ ਤਾਂ ਬੁਝਾਉਣਾ ਹੀ ਹੈ। ਇੱਥੇ ਵੀ 24 ਘੰਟੇ ਲੋਕਾਂ ਦੀਆਂ ਮਾੜੀਆਂ ਨਜ਼ਰਾਂ ਸਾਡਾ ਪਿੱਛਾ ਕਰਦੀਆਂ ਨੇ, ਇਸੇ ਲਈ ਇਸ ਨੂੰ ਨਾਲ ਲਈ ਫਿਰਦੀਆਂ। ਮੇਰਾ ਦਿਲ ਕਰ ਰਿਹਾ ਸੀ ਕੰਨਾਂ ਉੱਤੇ ਹੱਥ ਰੱਖ ਲਵਾਂ, ਕਿਉਂਕਿ ਮੇਰੇ ਕੋਲੋਂ ਹੋਰ ਸੁਣਨਾ ਬਰਦਾਸ਼ਤ ਨਹੀਂ ਸੀ ਹੋ ਰਿਹਾ। ਮੇਰੇ ਪਤੀ ਨੇ ਫੱਟ ਵਕੀਲ ਦੋਸਤ ਨੂੰ ਟੈਲੀਫੋਨ ਮਿਲਾਇਆ ਕਿ ਇਹ 1.5 ਸਾਲ ਪੁਰਾਣਾ ਕੇਸ ਹੈ, ਕੀ ਹੁਣ ਕੁਝ ਹੋ ਸਕਦਾ ਹੈ? ਉਸ ਭਲੇ ਮਾਨਸ ਨੇ ਫੱਟ ਮੁਫਤ ਕੇਸ ਲੜਨ ਦੀ ਹਾਮੀ ਭਰ ਦਿੱਤੀ। ਇੱਕ ਪੁਲਿਸ ਦੇ ਬੰਦੇ ਨੂੰ ਵੀ ਪੁੱਛ ਵੇਖਿਆ, ਪਰ ਉਸ ਪਾਸਿਓਂ ਜਵਾਬ ਸੀ। ਮੇਰੀ ਹੁਣ ਪਿੰਗਲਵਾੜੇ ਅੰਮ੍ਰਿਤਸਰ ਜਾਣ ਦੀ ਇੱਛਾ ਖਤਮ ਹੋ ਚੁੱਕੀ ਸੀ। ਮੈਂ ਸੋਚ ਰਹੀ ਸੀ ਕਿ ਇਸ ਬੱਚੀ ਨੇ ਰੱਬ ਦੇ ਕੀ ਮਾਂ ਮਾਰੇ ਸਨ ਕਿ ਇਸ ਨੂੰ ਇਸ ਦੇ ਜਨਮ ਦਿਨ ਤੇ ਇਹ ਤੋਹਫਾ ਮਿਲਿਆ, ਜਿਸ ਨੇ ਉਸ ਦੀ ਸਾਰੀ ਜ਼ਿੰਦਗੀ ਨੂੰ ਹਨੇਰਿਆਂ ਵਿੱਚ ਧੱਕ ਦਿੱਤਾ। ਮੈਂ ਉਸੇ ਵੇਲੇ ਫੈਸਲਾ ਕਰ ਲਿਆ ਕਿ ਉਸ ਬੱਚੀ ਨੂੰ ਪੜ੍ਹਾਉਣ ਦਾ ਖਰਚਾ ਮੈਂ ਚੁੱਕ ਲੈਣਾ ਹੈ ਤੇ ਇਹਦੇ ਪਾਲਣ ਪੋਸ਼ਣ ਦਾ ਵੀ। ਉਸ ਦੀ ਮਾਂ ਨੇ ਕੰਨਾਂ ਨੂੰ ਹੱਥ ਲਾਉਂਦਿਆਂ ਜਵਾਬ ਦਿੱਤਾ, ਤੁਹਾਨੂੰ ਲੱਗਦਾ ਹੈ ਕਿ ਮੈਂ ਇਸ ਨੂੰ ਦੁਬਾਰਾ ਸਕੂਲ ਭੇਜਾਂਗੀ, ਜਿਸ ਨੇ ਇਹਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ? ਜੇ ਤੁਸੀਂ ਮਦਦ ਕਰ ਸਕਦੇ ਹੋ ਤਾਂ ਸਾਨੂੰ ਪੰਜਾਬੋਂ ਬਾਹਰ ਭੇਜ ਦਿਓ, ਜਿੱਥੇ ਮੇਰੀ ਧੀ ਸੁਰੱਖਿਅਤ ਰਹਿ ਸਕੇ। ਇਸ ਪੰਜਾਬ ਦੇ ਲੋਕਤੰਤਰ ਵਿੱਚ ਜਿੱਥੇ ਧੀਆਂ ਨੂੰ ਆਪਣੇ ਹੱਕ ਮੰਗਣ ਦਾ ਵੀ ਹੱਕ ਨਹੀਂ ਤੇ ਮੁਜ਼ਾਹਰਾ ਕਰਨ ਉੱਤੇ ਪੁਲਿਸ ਵਾਲਿਆਂ ਵੱਲੋਂ ਲੱਤਾਂ ਪਾੜ ਕੇ ਧੂਇਆ ਜਾਂਦਾ ਹੋਵੇ ਜਾਂ ਢਿੱਡ ਵਿੱਚ ਠੁੱਡੇ ਮਾਰ ਕੇ ਜਾਨੋਂ ਮਾਰ ਦਿੱਤਾ ਜਾਂਦਾ ਹੋਵੇ, ਧੀਆਂ ਕੋਲੋਂ ਜੰਮਣ ਦਾ ਹੱਕ ਵੀ ਖੋਹ ਲਿਆ ਗਿਆ ਹੋਵੇ ਅਤੇ ਧੀ ਜੰਮਣ ਤੇ ਮਾਂ ਨਾਲ ਜਾਨਵਰਾਂ ਤੋਂ ਬਦਤਰ ਸਲੂਕ ਕੀਤਾ ਜਾ ਰਿਹਾ ਹੋਵੇ, ਕਿ ਧੀਆਂ ਦੇ ਜੰਮਣ ਜੋਗਾ ਰਹਿ ਗਿਆ ਹੈ? ਹੁਣ ਤੁਸੀਂ ਹੀ ਦੱਸੋ ਕਿ ਉਹ ਪੰਜਾਬ ਜਿੱਥੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਤੇ ਇੱਕ ਧੀ ਦੀ ਜੀਭ ਕੱਟ ਦਿੱਤੀ ਜਾਂਦੀ ਹੋਵੇ ਤੇ ਇਨਸਾਫ ਫਿਰ ਵੀ ਨਾ ਮਿਲਦਾ ਹੋਵੇ, ਵਾਸਤੇ ਇਹ ਕਹਿਣਾ ਗਲਤ ਹੈ ਕਿ ਜੇ ਕੁੜੀਆਂ ਨੇ ਜੰਮਣਾ ਹੈ ਤਾਂ ਪੰਜਾਬੋਂ ਬਾਹਰ ਹੀ ਜੰਮਣ। ਹਵਾਲਾ ਭਰੂਣ ਹੱਤਿਆ ਇੱਕ ਸਰਾਪ। ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ।